ਸਾਰੇ ਜਮਾਤੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਆਪਾਂ ਪੜਾਂਗੇ ਪਾਠ ਤੀਜਾ ਕੋਈ ਇੱਕ ਸਵਾਰ, ਜਮਾਤ 12ਵੀਂ, ਵਿਸ਼ਾ ਪੰਜਾਬੀ, ਖੰਡ 2, ਕਹਾਣੀ ਦੇ ਵਿੱਚੋਂ ਤੀਜੀ ਕਹਾਣੀ, ਜਿੰਦੇ ਲਿਖਾਰੀ ਨੇ ਸੰਤੋਖ ਸਿੰਘ ਧੀਰ। ਤੁਸੀਂ ਵੇਖ ਰਹੇ ਹੋ ਪੰਜਾਬੀ ਟੀਚਰ ਰਾਜਸਥਾਨ ਬੋਰਡ ਦੇ ਪੰਜਾਬੀ ਵਿਸ਼ੇ ਦਾ ਪਹਿਲਾ YouTube ਚੈਨਲ। ਆਓ ਸ਼ੁਰੂ ਕਰੀਏ ਸੰਤੋਖ ਸਿੰਘ ਧੀਰ ਦੀ ਲਿਖੀ ਕਹਾਣੀ ਕੋਈ ਇੱਕ ਸਵਾਰ। ਸੰਤੋਖ ਸਿੰਘ ਧੀਰ। ਸਭ ਤੋਂ ਪਹਿਲਾਂ ਲੇਖਕ ਪਰਿਚੈ। ਸੰਤੋਖ ਸਿੰਘ ਧੀਰ ਦਾ ਜਨਮ 2 ਦਸੰਬਰ 1920 ਈਸਵੀ ਵਿੱਚ ਬੱਸੀ ਪਠਾਣਾ, ਜ਼ਿਲ੍ਹਾ ਪਟਿਆਲਾ ਵਿਖੇ ਈਸਰ ਸਿੰਘ ਦਰਦ ਦੇ ਘਰ ਹੋਇਆ। ਉਸਨੇ 10ਵੀਂ ਤੇ ਗਿਆਨੀ ਤੱਕ ਦੀ ਵਿੱਦਿਆ ਹਾਸਲ ਕਰਨ ਉਪਰੰਤ ਪਿਤਾ ਪੁਰਖੀ ਕਿੱਤੇ ਦੇ ਨਾਲ ਸੁਤੰਤਰ ਲੇਖਣੀ ਨੂੰ ਆਪਣੀ ਜੀਵਨ ਦਾ ਹਿੱਸਾ ਬਣਾਇਆ। ਧੀਰ ਨੇ ਕਾਵਿ, ਨਾਵਲ, ਅਨੁਵਾਦਕ, ਸੰਪਾਦਕ ਆਦਿ ਪੱਖੋਂ ਆਪਣੀ ਕਲਮ ਅਜਮਾਈ। ਕਹਾਣੀ ਰਚਨਾ ਦੇ ਖੇਤਰ ਵਿੱਚ ਉਸਨੇ ਚੰਗਾ ਨਾਮਣਾ ਖੱਟਿਆ। ਉਸ ਦਾ ਸਬੂਤ ਹੈ ਪੱਖੀ ਕਹਾਣੀ ਸੰਗ੍ਰਹਿ, ਜਿਸ ਨੂੰ ਸਾਹਿਤ ਅਕਾਦਮੀ ਵੱਲੋਂ ਪੁਰਸਕ੍ਰਿਤ ਕੀਤਾ ਗਿਆ। ਉਸ ਦੀ 8 ਫਰਵਰੀ 2010 ਨੂੰ ਮੌਤ ਹੋ ਗਈ। ਉਸ ਦੀ ਉੱਚੀ ਮਿਆਰ ਵਾਲੀ ਇੱਕ ਕਹਾਣੀ ਕੋਈ ਇੱਕ ਸਵਾਰ ਅੱਜ ਆਪਾਂ ਪੜਾਂਗੇ। ਕੋਈ ਇੱਕ ਸਵਾਰ। ਸੂਰਜ ਦੀ ਟਿੱਕੀ ਨਾਲ ਤਾਂਗਾ ਜੋੜ ਕੇ ਅੱਡੇ ਵਿੱਚ ਲਾਉਂਦਿਆਂ ਬਾਰੂ ਤਾਂਗੇ ਵਾਲੇ ਨੇ ਹੋਕਾ ਦਿੱਤਾ, ਜਾਂਦਾ ਕੋਈ ਇੱਕ ਸਵਾਰ ਖੰਨੇ ਦਾ ਬਈਓ। ਬਈ ਸੂਰਜ ਚੜ੍ਹਨ ਦੇ ਨਾਲ ਹੀ ਉਹ ਚਲਾ ਜਾਂਦਾ ਸੀ, ਅੱਡੇ ਤੇ ਜਾ ਕੇ ਤਾਂਗਾ ਖੜਾ ਕਰ ਦਿੰਦਾ ਸੀ ਸਵਾਰੀ ਲਈ। ਸਿਆਲ ਵਿੱਚ ਐਨੇ ਸਾਂਝਰੇ ਸਬਬ ਨਾਲ ਭਾਵੇਂ ਕੋਈ ਸਵਾਰ ਆ ਜਾਵੇ, ਨਹੀਂ ਤਾਂ ਰੋਟੀ ਟੁੱਕ ਖਾ ਕੇ ਧੁੱਪ ਚੜੇ ਹੀ ਘਰੋਂ ਬਾਹਰ ਨਿਕਲਦਾ ਬੰਦਾ। ਪਰ ਬਾਰੂ ਇਸ ਸਬਬ ਤੋਂ ਵੀ ਕਿਉਂ ਖੁੰਝੇ। ਪਾਲੇ ਵਿੱਚ ਛੱਡਦਿਆਂ ਵੀ ਉਹ ਸਭ ਤੋਂ ਪਹਿਲਾਂ ਆਪਣਾ ਤਾਂਗਾ ਅੱਡੇ ਵਿੱਚ ਲਾਉਂਦਾ। ਬਾਰੂ ਨੇ ਬਾਜ਼ਾਰ ਵੱਲ ਮੂੰਹ ਕਰਕੇ ਇੱਕ ਕਮਜ਼ੋਰ ਨਾਲ ਹੋਕਾ ਮਾਰਿਆ, ਜਿਵੇਂ ਉਹਨੂੰ ਕੁੱਲ ਇੱਕ ਸਵਾਰ ਚਾਹੀਦਾ ਹੋਵੇ, ਪਰ ਬਾਜ਼ਾਰ ਵੱਲੋਂ ਇੱਕ ਵੀ ਸਵਾਰ ਨਾ ਆਇਆ। ਫਿਰ ਉਹਨੇ ਪਿੰਡਾਂ ਤੋਂ ਆਉਂਦੀਆਂ ਵੱਖੋ ਵੱਖ ਡੰਡੀਆਂ ਵੱਲ ਅੱਖਾਂ ਚੁੱਕ ਕੇ ਆਸ ਨਾਲ ਤੱਕਦਿਆਂ ਹੋਏ ਹੋਕੇ ਲਾਏ। ਪਤਾ ਨਹੀਂ ਕਦੇ ਕਦੇ ਸਵਾਰੀਆਂ ਨੂੰ ਵੀ ਸੱਪ ਸੁੰਘ ਜਾਂਦਾ ਹੈ। ਬਾਰੂ ਸੜਕ ਤੇ ਇੱਕ ਪਾਸੇ ਫੜੀ ਵਾਲੇ ਕੋਲ ਬੈਠ ਕੇ ਬੀੜੀ ਪੀਂਦਾ ਹੈ। ਬਾਰੂ ਦਾ ਚੁਸਤ ਘੋੜਾ ਨਿਚੱਲਾ ਹੋ ਕੇ ਖਲੋ ਨਹੀਂ ਸੀ ਸਕਦਾ। 2-3 ਵਾਰ ਘੋੜੇ ਨੇ ਨਾਸਾਂ ਫੁਲਾ ਕੇ ਫਰਾਟੇ ਮਾਰੇ, ਜਿਵੇਂ ਘੋੜਾ ਫੁਰ ਕਰਦਾ ਹੈ। ਪੁੰਛ ਹਿਲਾਈ ਤੇ ਫਿਰ ਆਪੇ 2-3 ਕਦਮ ਤੁਰ ਪਿਆ। ਬਸ ਓ ਬਸ ਪੁੱਤਰ, ਕਾਲ ਕਿਉਂ ਪੈਨੈ, ਚਲਦੇ ਆ ਲੈਣ ਦੇ ਕਿਸੇ ਅੱਖਾਂ ਦੇ ਅੰਨੇ ਤੇ ਗੱਠ ਦੇ ਪੂਰੇ ਨੂੰ। ਮਤਲਬ ਕੋਈ ਚੰਗੀ ਸਵਾਰੀਆਂ ਮਿਲ ਜਾਣ ਆਪਾਂ ਨੂੰ। ਮੌਜ ਨਾਲ ਹੱਸਦਿਆਂ ਬਾਰੂ ਨੇ ਨੱਠ ਕੇ ਘੋੜੇ ਦੀਆਂ ਵਾਂਗਾਂ ਫੜੀਆਂ ਤੇ ਉਹਨਾਂ ਨੂੰ ਕੱਸ ਕੇ ਤਾਂਗੇ ਦੇ ਬੰਬ ਨਾਲ ਬੰਨ੍ਹ ਦਿੱਤਾ। ਤਾਂਗੇ ਦੇ ਥੱਲੇ ਜਿਹੜਾ ਹਿੱਸਾ ਹੁੰਦਾ ਹੈ, ਜਿਸ ਦੇ ਉੱਤੇ ਉਹ ਗੱਡੀ ਹੈ, ਬਲਦ ਗੱਡੀ ਪੂਰੀ ਬਣਦੀ ਹੈ। ਸਟੇਸ਼ਨ ਉੱਤੇ ਗੱਡੀ ਨੇ ਕੂਕ ਮਾਰੀ। ਰੇਲ ਦੀ ਕੂਕ ਬਾਰੂ ਦੇ ਦਿਲ ਵਿੱਚ ਖੁੱਭ ਗਈ। ਉਹਨੇ ਰੇਲ ਨੂੰ ਮਾਂ ਦੀ ਗਾਲ ਕੱਢੀ ਤੇ ਨਾਲੇ ਰੇਲ ਬਣਾਉਣ ਵਾਲੇ ਨੂੰ। ਪਹਿਲੋਂ ਜਨਤਾ ਲੰਘੀ ਸੀ, ਹੁਣ ਡੱਬਾ। ਸਾਲੀਆਂ ਘੰਟੇ ਘੰਟੇ ਮਗਰੋਂ ਗੱਡੀਆਂ ਚੱਲਣ ਲੱਗ ਪਈਆਂ ਤੇ ਫਿਰ ਬਾਰੂ ਨੇ ਜ਼ੋਰ ਨਾਲ ਸਵਾਰ ਲਈ ਹੋਕਾ ਮਾਰਿਆ, ਕਿਉਂਕਿ ਜਿਹੜੀਆਂ ਸਵਾਰੀਆਂ ਉਹ ਗੁੱਸਾ ਸੀ ਗੱਡੀ ਦੇ ਉੱਤੇ ਗੁੱਸਾ ਸੀ ਬਈ ਸਵਾਰੀਆਂ ਗੱਡੀ ਲੈ ਗਈ, ਇਸ ਕਾਰਨ ਉਹ ਗਾਲਾਂ ਕੱਢਦਾ ਹੈ। ਇੱਕ ਬੀੜੀ ਉਹਨੇ ਹੋਰ ਸੁਲਗਾਈ ਤੇ ਇੰਨਾ ਲੰਮਾ ਸੂਟਾ ਖਿੱਚਿਆ ਕਿ ਅੱਧੀ ਬੀੜੀ ਫੂਕਤੀ। ਬਾਰੂ ਨੇ ਧੂਏ ਦੇ ਫਰਾਟੇ ਛੱਡਦਿਆਂ ਬੀੜੀ ਨੂੰ ਗਾਲ ਕੱਢ ਕੇ ਸੁੱਟਾ ਦਿੱਤਾ। ਮਿਰਚਾਂ ਵਾਂਗ ਧੂਆਂ ਉਹਦੇ ਮੂੰਹ ਵਿੱਚ ਲੜਨ ਲੱਗਾ ਸੀ। ਘੋੜੇ ਤੋਂ ਟਿਕ ਨਹੀਂ ਸੀ ਹੁੰਦਾ। ਉਹਨੇ 1-2 ਵਾਰ ਪੌੜ ਚੁੱਕ ਧਰਤੀ ਉੱਤੇ ਮਾਰੇ। ਮੂੰਹ ਵਿੱਚ ਲੋਹੇ ਦੀ ਲਗਾਮ ਚੱਬ ਬੂਥੀ ਘੁਮਾਈ। ਮੂੰਹ ਘੋੜਾ ਚਬਾ ਕੇ ਇੱਧਰ ਉੱਧਰ ਬੂਥੀ ਘੁਮਾ ਰਿਹਾ ਸੀ। ਗੱਡੀ ਦੀਆਂ ਚੂਲਾਂ ਖੜਕੀਆਂ, ਸਾਜ਼ ਯਰਕਿਆ
ਖੰਭਾਂ ਦੀ ਰੰਗ ਬਰੰਗੀ ਕਲਗੀ ਹਵਾ ਵਿੱਚ ਫਰਕੀ ਤੇ ਗਲ ਨਾਲ ਲਟਕਦੇ ਰੇਸ਼ਮੀ ਰੁਮਾਲ ਹਿੱਲਣ ਲੱਗੇ। ਇਹ ਘੋੜੇ ਦੇ ਲੱਗੇ ਹੋਏ ਸੀ ਰੇਸ਼ਮੀ ਰੁਮਾਲ ਗਲ ਦੇ ਵਿੱਚ, ਬੜੀਆ ਤਰੀਕੇ ਨਾਲ ਘੋੜਾ ਸਜਾਇਆ ਹੋਇਆ ਸੀ। ਬਾਰੂ ਨੂੰ ਆਪਣੇ ਘੋੜੇ ਦੀ ਚੁਸਤੀ ਉੱਤੇ ਮਾਣ ਹੋਇਆ। ਉਹਨੇ ਬੁੱਲਾਂ ਨਾਲ ਪੁਚਕਾਰ ਕੇ ਆਖਿਆ, ਬਸ ਓ ਵੈਲੀਆ, ਕਰਦਿਆਂ ਹੁਣੇ ਹਵਾ ਨਾਲ ਗੱਲਾਂ। ਘੋੜਾ ਤੇਰਾ ਚੇਤਨ ਬੜਾ ਬਾਰੂ, ਟੱਪੂ ਟੱਪੂ ਕਰਦਾ ਰਹਿੰਦਾ। ਫੜੀ ਵਾਲੇ ਨੇ ਆਖਿਆ, ਓਏ ਘੋੜਾ ਤੇਰਾ ਬੜਾ ਬਈ ਬੜੀਆ ਸਮਾਰਟ ਹੈ। ਕੀ ਅੰਤ ਹੈ? ਬਾਰੂ ਮਾਣ ਵਿੱਚ ਹੁੱਭ ਕੇ ਬੋਲਿਆ, ਲਬਾਸ ਤਾਂ ਦੇਖ ਤੂੰ ਪਿੰਡੇ ਉੱਤੇ ਮੱਖੀ ਤਿਲਕਦੀ ਹੈ, ਪੁੱਤਾਂ ਆਂਗਣ ਸੇਵਾ ਕਰਦੀ ਹੈ ਨੱਥਿਆ। ਪਸ਼ੂ ਬਚਦਾ ਵੀ ਤਾਂ ਹੀ ਹੈ, ਨੱਥੂ ਨੇ ਯਕੀਨ ਨਾਲ ਕਿਹਾ। ਦਿਨ ਚੰਗਾ ਚੜ੍ਹਿਆ ਆਇਆ, ਪਰ ਖੰਨੇ ਜਾਣ ਵਾਲੀ ਇੱਕ ਸਵਾਰੀ ਵੀ ਅਜੇ ਤੱਕ ਨਹੀਂ ਆਈ। ਹੋਰ ਵੀ 3-4 ਤਾਂਗੇ ਅੱਡੇ ਵਿੱਚ ਆ ਖੜੇ ਸਨ ਤੇ ਕੁੰਦਨ ਦੇ ਦੂਜੇ ਪਾਸੇ ਖੰਨੇ ਦੇ ਹੀ ਰੁੱਖ ਤਾਂਗਾ ਖਲਾਰ ਕੇ ਸਵਾਰੀਆਂ ਲਈ ਹੋਕੇ ਦੇਣ ਲੱਗ ਪਿਆ। ਹੱਥ ਵਿੱਚ ਝੋਲਾ ਫੜੀ ਇੱਕ ਸ਼ੌਕੀਨ ਜਿਹਾ ਬਾਬੂ ਬਾਜ਼ਾਰ ਵੱਲੋਂ ਆਉਂਦਾ ਦਿਸਿਆ। ਬਾਰੂ ਉਹਦੀ ਚਾਲ ਪਛਾਣਨ ਲੱਗਾ। ਬਾਬੂ ਅੱਡੇ ਦੇ ਹੋਰ ਨੇੜੇ ਆ ਗਿਆ, ਪਰ ਅਜੇ ਤੱਕ ਉਹਦੇ ਪੈਰਾਂ ਨੇ ਕਿਸੇ ਪਾਸੇ ਦਾ ਰੁਖ ਨਹੀਂ ਸੀ ਕੀਤਾ। ਚੱਲ ਇੱਕ ਸਵਾਰ ਸਰਹੰਦ ਦਾ, ਕੋਈ ਮਲੋ ਜਾਂਦਾ ਬਈਓ। ਉਹਨੇ ਆਵਾਜ਼ ਮਾਰੀ ਸਰਹੰਦ ਲਈ, ਮਲੋ ਲਈ। ਆਵਾਜ਼ਾਂ ਉੱਚੀਆਂ ਹੋਣ ਲੱਗੀਆਂ, ਪਰ ਸਵਾਰ ਦੀ ਮਰਜ਼ੀ ਦਾ ਪਤਾ ਨਾ ਲੱਗਿਆ। ਬਾਰੂ ਨੇ ਖੰਨੇ ਦਾ ਇੱਕ ਹੋਕਾ ਲਾਇਆ। ਸਵਾਰ ਨੇ ਸਿਰ ਨਾ ਚੁੱਕਿਆ। ਫਿਰ ਹੁਣ ਜਿਹੜਾ ਬਾਰੂ ਹੈ ਉਹ ਮਨ 'ਚ ਸੋਚਦਾ ਹੈ, ਕਾਹਨੂੰ ਬੋਲਦੇ ਨੇ ਮੂੰਹੋਂ ਛੇਤੀ ਜੈਂਟਲਮੈਨ ਆਦਮੀ। ਬਾਰੂ ਨੇ ਮਨ ਵਿੱਚ ਨਿੰਦਿਆ ਤੇ ਬਾਰੂ ਖੰਨੇ ਦੇ ਰੁੱਖ ਖੜੇ ਤਾਂਗੇ ਕੋਲ ਆ ਖਲੋਇਆ। ਹੋਰ ਹੈ ਬਈ ਕੋਈ ਸਵਾਰੀ? ਉਹਨੇ ਮਸੀਂ ਬੋਲ ਕੇ ਪੁੱਛਿਆ। ਬਾਰੂ ਨੇ ਅਦਬ ਨਾਲ ਝੋੜਾ ਫੜਨਾ ਚਾਹੁੰਦਿਆਂ ਆਖਿਆ, ਤੁਸੀਂ ਬੈਠੋ ਬਾਬੂ ਜੀ ਮੋਹਰੇ, ਹੁਣੇ ਹੱਕ ਦਿੰਨੇ ਆ, ਬਸ ਇੱਕ ਸਵਾਰੀ ਲੈ ਲਈਏ। ਪਰ ਬਾਬੂ ਨੇ ਝੋਲਾ ਨਾ ਫੜਾਇਆ ਤੇ ਹਵਾ ਵਿੱਚ ਤੱਕਦਾ ਚੁੱਪਚਾਪ ਖੜਾ ਰਿਹਾ। ਐਵੇਂ ਘੰਟਾ ਪਰਤਾਂਗੇ ਵਿੱਚ ਬੈਠੇ ਰਹਿਣ ਦਾ ਕੀ ਮਤਲਬ? ਬਾਰੂ ਨੇ ਜ਼ੋਰ ਨਾਲ ਇੱਕ ਸਵਾਰ ਲਈ ਹੋਕਾ ਦਿੱਤਾ, ਜਿਵੇਂ ਉਹਨੂੰ ਬਸ ਇੱਕੋ ਸਵਾਰ ਚਾਹੀਦਾ ਹੈ। ਬਾਬੂ ਜਰਾ ਟਹਿਲ ਕੇ ਤਾਂਗੇ ਦੇ ਅਗਲੇ ਪਾਇਦਾਨ ਤੇ ਜਰਾ ਕੁ ਨੇੜੇ ਹੋ ਗਿਆ। ਬਾਰੂ ਨੇ ਹੌਸਲੇ ਨਾਲ ਇੱਕ ਹੋਰ ਹੋਕਾ ਦਿੱਤਾ। ਬਾਬੂ ਨੇ ਆਪਣਾ ਝੋਲਾ ਤਾਂਗੇ ਦੀ ਅਗਲੀ ਗੱਦੀ ਉੱਤੇ ਰੱਖ ਦਿੱਤਾ ਤੇ ਆਪ ਪਤਲੂਨ ਦੀਆਂ ਜੇਬਾਂ ਵਿੱਚ ਹੱਥ ਪਾ ਕੇ ਟਹਿਲਣ ਲੱਗ ਪਿਆ। ਪੈਂਟ ਦੀਆਂ ਜੇਬਾਂ 'ਚ ਹੱਥ ਪਾ ਲਏ ਔਰ ਘੁੰਮਣ ਲੱਗ ਗਿਆ। ਬਾਰੂ ਨੇ ਘੋੜੇ ਦੀ ਪਿੱਠ ਉੱਤੇ ਪਿਆਰ ਨਾਲ ਥਾਪੀ ਮਾਰੀ ਤੇ ਫਿਰ ਤਾਂਗੇ ਦੀਆਂ ਪਿਛਲੀਆਂ ਗੱਦੀਆਂ ਨੂੰ ਐਵੇਂ ਜਰਾ ਠੀਕ ਠਾਕ ਕਰਨ ਲੱਗ ਪਿਆ। ਐਨੇ ਵਿੱਚ ਇੱਕ ਸਾਈਕਲ ਆ ਕੇ ਤਾਂਗੇ ਕੋਲ ਰੁਕ ਗਿਆ। ਥੋੜੀ ਜਿਹੀ ਗੱਲ ਚੜੇ ਚੜਾਏ ਸਾਈਕਲ ਵਾਲੇ ਨੇ ਬਾਬੂ ਨਾਲ ਕੀਤੀ ਤੇ ਉਹ ਗੱਦੀ ਉੱਤੋਂ ਆਪਣਾ ਝੋਲਾ ਚੁੱਕਣ ਲੱਗਾ। ਬਾਰੂ ਨੇ ਘਟਦੇ ਦਿਲ ਨਾਲ ਆਖਿਆ, ਹਵਾ ਸਾਹਮਣੀ ਹੈ ਬਾਬੂ ਜੀ। ਪਰ ਸਾਈਕਲ ਬਾਬੂ ਜੀ ਨੂੰ ਲੈ ਕੇ ਤੁਰਦੀ ਬਣੀ। ਬਾਬੂ ਜੀ ਹੈ ਉਹ ਸਾਈਕਲ ਤੇ ਚੜ ਗਏ ਬਈ। ਉਹ ਇੱਕ ਸਵਾਰੀ ਆਈ ਸੀ, ਉਹ ਵੀ ਗਈ। ਹੁਣ ਅੱਗੇ ਵੇਖਦੇ ਹਾਂ ਕੀ ਹੁੰਦਾ ਹੈ। ਗੋਡੇ ਗੋਡੇ ਦਿਨ ਚੜ ਗਿਆ, ਯਾਨੀ ਪੂਰਾ ਦਿਨ ਚੜ ਗਿਆ। ਠਿੱਠ ਜਿਹਾ ਹੋ ਕੇ ਬਾਰੂ ਫਿਰ ਸੜਕ ਦੇ ਇੱਕ ਪਾਸੇ ਫੜੀ ਵਾਲੇ ਕੋਲ ਬਹਿ ਗਿਆ। ਉਹਦਾ ਜੀ ਕੈਂਚੀ ਦੀ ਸਿਗਰਟ ਪੀਣ ਨੂੰ ਕਰਦਾ ਸੀ, ਪਰ 2 ਪੈਸੇ ਵਾਲੀ ਸਿਗਰਟ ਅਜੇ ਉਹ ਕਿਹੜੇ ਹੌਸਲੇ ਨਾਲ ਪੀਵੇ। ਫੇਰਾ ਅੱਜ ਇੱਕੋ ਮਸੀ ਲੱਗਦਾ ਦੀਂਦਾ ਹੈ। 4 ਆਨੇ ਸਵਾਰੀ ਹੈ ਖੰਨੇ ਦੀ, 6 ਸਵਾਰੀਆਂ ਤੋਂ ਵੱਧ ਹੁਕਮ ਨਹੀਂ। 3 ਰੁਪਏ ਤਾਂ ਘੋੜੇ ਦੇ ਹੀ ਢਿੱਡ 'ਚ ਪੈ ਜਾਂਦੇ ਨੇ। ਉਹਦੇ ਮਨ ਵਿੱਚ ਲੂਣ ਜਿਹੀ ਲੱਗੀ, ਮਨ ਵਿੱਚ ਲੂਣ ਲੱਗ ਪਈ ਬਈ ਬਣੇ ਕੋਈ। ਇਉਂ ਇੱਥੇ ਉਹ ਕਿਉਂ ਬੈਠੇ? ਇਉਂ ਇੱਥੇ ਉਹ ਕਿਉਂ ਬੈਠੇ? ਉਹ ਉੱਠ ਕੇ ਤਾਂਗੇ ਵਿੱਚ ਪਿਛਲੀ ਗੱਦੀ ਉੱਤੇ ਬਹਿ ਗਿਆ ਤਾਂ ਜੋ ਪਹਿਲੀ ਨਜ਼ਰ ਸਵਾਰ ਨੂੰ ਤਾਂਗਾ ਬਿਲਕੁਲ ਖਾਲੀ ਨਾ ਜਾਪੇ। ਤਾਂਗੇ ਵਿੱਚ ਬੈਠਾ ਉਹ
ਲਾਰਾ ਲੱਪਾ ਗੀਤ ਗੁਣਗੁਣਾਉਣ ਲੱਗਾ ਤੇ ਫਿਰ ਹੀਰ ਦਾ ਟੱਪਾ ਗਾਉਣ ਲੱਗਾ। ਪਰ ਛੇਤੀ ਹੀ ਉਹਦੇ ਮਨ ਵਿੱਚ ਅਚਵੀਜੀ ਲੱਗੀ। ਟੱਪੇ ਉਹਦੇ ਬੁੱਲਾਂ ਨੂੰ ਭੁੱਲ ਗਏ। ਉਹ ਦੂਰ ਫਸਲਾਂ ਵੱਲ ਝਾਕਣ ਲੱਗਾ। ਪੈਲੀਆਂ ਵਿੱਚ ਵੱਲ ਖਾਂਦੀਆਂ ਡੰਡੀਆਂ ਉੱਤੇ ਕੁਝ ਰਾਹੀ ਉੱਤੇ ਤੁਰੇ ਆਉਂਦੇ ਸਨ। ਧਿਆਨ ਨਾਲ ਬਾਰੂ ਨੇ ਨੇੜੇ ਆਉਂਦੇ ਰਾਹੀਆਂ ਵੱਲ ਤੱਕਿਆ। ਡੱਬੇ ਤੇ ਚਿੱਟੇ ਖੇਸਾਂ ਦੀਆਂ ਬੁਕਲਾਂ ਮਾਰੀ 4 ਕੁ ਜੱਟ ਜੇ ਸਨ। ਬਾਰੂ ਨੇ ਸੋਚਿਆ, ਪੇਸ਼ੀ ਉੱਤੇ ਜਾਣ ਵਾਲੇ ਹੁੰਦੇ ਨੇ ਇਹੋ ਜਿਹੇ ਚੌਧਰੀ। ਉਹਨੇ ਤਾਂਗੇ ਨੂੰ ਮੋੜ ਕੇ ਉਹਨਾਂ ਵੱਲ ਜਾਂਦਿਆਂ ਆਵਾਜ਼ ਦਿੱਤੀ, ਖੰਨੇ ਜਾਣਾ ਲੰਬੜਦਾਰੋ, ਆਓ ਬੈਠੋ ਹਕੀਏ। ਸੁਆਰੀਆਂ ਨੇ ਕੁਝ ਜੱਕੋ ਤੱਕੋ ਜਿਹਾ ਕੀਤਾ। ਫਿਰ ਵਿੱਚੋਂ ਕਿਸੇ ਆਖਿਆ, ਜਾਣਾ ਤਾਂ ਹੈ, ਜੇ ਛੇੜ ਦਵੇਂ ਹੁਣੇ, ਬਈ ਹੁਣੀ ਚੱਲ, ਹੁਣੇ ਲਓ ਬੈਠ। ਬਾਰੂ ਨੇ ਘੋੜੇ ਦੇ ਮੂੰਹ ਕੋਲੋਂ ਲਗਾਮ ਫੜ ਕੇ ਤਾਂਗੇ ਦਾ ਮੂੰਹ ਘੁਮਾ ਦਿੱਤਾ। ਤਹਿਸੀਲ ਆਪਣਾ ਐਸੀ ਪੇਸੀ ਉੱਤੇ ਸਮਰਾਲੇ, ਮੱਖਾ ਬੈਠੋ ਤਾਂ ਸਹੀ, ਘੁੱਗੀ ਨਹੀਂ ਖੜਨ ਦਿੰਦਾ, ਘੁੱਗੀ ਨਹੀਂ ਖੰਗਣ ਦਿੰਦਾ, ਹੁਣੀ ਚੱਲਦੇ ਆ ਬਸ। ਸੁਆਰੀਆਂ ਤਾਂਗੇ ਵਿੱਚ ਬਹਿ ਗਈਆਂ। ਇੱਕ ਸਵਾਰ ਦਾ ਹੋਕਾ ਦਿੰਦਿਆਂ ਬਾਰੂ ਨੇ ਤਾਂਗੇ ਨੂੰ ਅੱਡੇ ਵੱਲ ਤੋਰ ਲਿਆ। ਅਜੇ ਹੋਰ ਚਾਹੀਦੀ ਹੈ ਇੱਕ ਸਵਾਰੀ। ਵਿੱਚੋਂ ਇੱਕ ਸਵਾਰੀ ਨੇ ਤਾਂਗੇ ਵਾਲੇ ਨੂੰ ਆਖਰ ਤਾਂਗੇ ਵਾਲੇ ਹੀ ਨਿਕਲਿਆ। ਸਵਾਰੀ ਦੇ ਮੂੰਹ ਚੋਂ ਨਿਕਲ ਗਿਆ ਤਾਂਗੇ ਵਾਲਾ, ਤਾਂ ਆਖਿਰ ਤਾਂਗੇ ਵਾਲਾ ਹੀ ਨਿਕਲਿਆ ਬਈ। ਚੱਲ ਕਰ ਲੈਣ ਦੇ ਇਹਨੂੰ ਵੀ ਆਪਣਾ ਘਰ ਪੂਰਾ। ਵਿੱਚੋਂ ਹੀ ਕਿਸੇ ਨੇ ਉੱਤਰ ਦਿੱਤਾ, ਅਸੀਂ ਜਾਣੋ ਬਿੰਦ ਮਗਰੋਂ ਅੱਪੜ ਲਾਂਗੇ। ਅੱਡੇ ਤੋਂ ਬਾਰੂ ਨੇ ਤਾਂਗਾ ਬਾਜ਼ਾਰ ਵੱਲ ਭਜਾ ਲਿਆ। ਬਾਜ਼ਾਰ ਦੇ ਗੱਬੇ ਬਾਰੂ ਨੇ ਤਾਂਗੇ ਦੇ ਬੰਬ ਉੱਤੇ ਤਣ ਕੇ ਹੋਕਾ ਮਾਰਿਆ, ਜਾਂਦਾ ਕੋਈ ਕੱਲਾ ਸਵਾਰ ਖੰਨੇ ਨੂੰ ਬਈ। ਕੱਲੇ ਸਵਾਰ ਨੂੰ ਲੁੱਟਣਾ ਰਾਜ। ਬਾਜ਼ਾਰ ਵਿੱਚੋਂ ਕਿਸੇ ਉੱਚੀ ਟੋਕ ਕੇ ਬਾਰੂ ਨੂੰ ਮਸਕਰੀ ਕੀਤੀ, ਬਈ ਕੱਲਾ ਸਵਾਰ ਡੀਕਦਾ, ਬਈ ਕੱਲਾ ਲਿਜਾ ਕੇ ਲੁੱਟੇਗਾ ਕਿ ਤੂੰ ਮਸਕਰੀ ਕਰ ਰਹੇ। ਬਾਜ਼ਾਰ ਵਿੱਚ ਹਾਸਾ ਪੈ ਗਿਆ। ਬਾਰੂ ਦੇ ਚਿੱਟੇ ਦੰਦ ਤੇ ਲਾਲ ਮਸੂੜੇ ਦਿਸਣ ਲੱਗੇ। ਉਹਦੀਆਂ ਗੱਲਾਂ ਫੁੱਲ ਕੇ ਚਮਕੀਆਂ ਤੇ ਹਾਸੇ ਵਿੱਚ ਹਾਸਾ ਰਲਾ ਕੇ ਸਵਾਰ ਲਈ ਹੋਕਾ ਦਿੰਦਿਆਂ ਉਹਨੇ ਘੋੜਾ ਮੋੜ ਲਿਆ। ਅੱਡੇ ਵਿੱਚ ਜਾ ਕੇ ਸੜਕ ਦੇ ਇੱਕ ਪਾਸੇ ਖੰਨੇ ਦੇ ਰੁੱਖ ਤਾਂਗਾ ਲਾਇਆ, ਬਈ ਖੰਨੇ ਤਰਫ ਮੂੰਹ ਕਰ ਲਿਆ ਤਾਂਗੇ ਦਾ, ਤੇ ਆਪ ਫੜੀ ਵਾਲੇ ਕੋਲ ਬੈਠ ਗਿਆ। ਕੀਤੀ ਨਾ ਉਹੀ ਗੱਲ। ਤਾਂਗੇ ਵਾਲੇ ਨੂੰ ਟਲਿਆ ਦੇਖ ਕੇ ਇੱਕ ਸਵਾਰ ਬੋਲਿਆ, ਮੱਖਾ ਅਟਕਣਾ ਨਹੀਂ ਆਪਾਂ ਨੇ ਲੰਬੜਦਾਰਾ, ਬਸ ਇੱਕ ਸਵਾਰ ਦੀ ਚਾਕ ਹੈ, ਆ ਗਿਆ ਚੰਗਾ, ਨਹੀਂ ਤਾਂ ਤੁਰ ਪਾਂਗੇ। ਬਾਰੂ ਨੇ ਦਿਲ ਧਰਾਇਆ। ਸਵਾਰੀਆਂ ਨੂੰ ਕਾਲੀਆਂ ਪਈਆਂ ਦੇਖ ਕੇ ਕੁੰਦਨ ਨੇ ਆਪਣੇ ਤਾਂਗੇ ਨੂੰ ਇੱਕ ਕਦਮ ਹੋਰ ਅੱਗੇ ਕਰਦਿਆਂ ਹੋਕਾ ਦਿੱਤਾ, ਚੱਲ ਚਾਰੇ ਸਵਾਰ ਲੈ ਕੇ ਤੁਰਦਾ ਖੰਨੇ ਨੂੰ। ਤੇ ਉਹ ਚੜਾਉਣ ਲਈ ਬਾਰੂ ਵੱਲ ਬਿੱਟ ਬਿੱਟ ਝਾਕਣ ਲੱਗਿਆ। ਟਲ ਜਾ ਓਏ, ਟਲ ਜਾ ਨਾਈਆ, ਟਲ ਜਾ ਤੂੰ ਲੱਛਣਾ ਤੋਂ। ਬਾਰੂ ਨੇ ਕੁੰਦਨ ਵੱਲ ਅੱਖਾਂ ਕੱਢੀਆਂ ਤੇ ਸਵਾਰੀਆਂ ਨੂੰ ਵਰਗਲਾਉਣ ਤੋਂ ਬਚਾਉਣ ਲਈ ਉਹਨੇ ਤੀਵੀਆਂ ਤੇ ਕੁੜੀਆਂ ਕਤਰੀਆਂ ਦੀ ਆ ਰਹੀ ਰੰਗ ਬਿਰੰਗੀ ਟੋਲੀ ਵੱਲ ਤੱਕਦਿਆਂ ਕਿਹਾ, ਚਲਦਿਆਂ ਸਰਦਾਰੋ, ਆਪਾਂ ਹੁਣੇ ਬਸ। ਉਹ ਆ ਗਈਆਂ ਸਵਾਰੀਆਂ। ਸਵਾਰੀਆਂ ਟੋਲੀ ਵੱਲ ਦੇਖ ਕੇ ਫਿਰ ਟਿਕ ਰਹੀਆਂ। ਟੋਲੀ ਵੱਲ ਤੱਕਦਾ ਬਾਰੂ ਸੋਚਣ ਲੱਗਾ, ਵਿਆਹ ਮੁਕਲਾਵੇ ਦੀਆਂ ਸਗੀਆਂ ਰਤੀਆਂ ਸੁਹਾਰੀਆਂ ਨੇ ਜਾਣੋ, 2 ਤਾਂਗੇ ਭਰ ਜਾਣ ਪਾਵੇਂ, ਨਾਵਾਂ ਵੀ ਚੰਗਾ ਜਾਂਦੀਆਂ ਨੇ ਇਹੋ ਜਿਹਾ ਸਵਾਰੀਆਂ, ਬਈ ਚੰਗਾ ਇਨਾਮ ਵੀ ਦੇ ਜਾਂਦੀਆਂ ਬਈ ਇਹ ਜਿਹੀਆਂ ਸਵਾਰੀਆਂ। ਟੋਲੀ ਨੇੜੇ ਆ ਗਈ। ਕੁਝ ਮਾਈਆਂ ਤੇ ਕੁੜੀਆਂ ਨੇ ਹੱਥਾਂ ਉੱਤੇ ਕੱਪੜਿਆਂ ਨਾਲ ਢੱਕੇ ਹੋਏ ਗੋਲੇ, ਫੁੱਲਾਂ ਦੇ ਬੀਜ, ਪਿੱਪਲ ਦੇ ਬੋੜ ਦੇ ਬੋਈਏ ਦੇ ਥਾਲ ਚੁੱਕੇ ਹੋਏ ਸਨ। ਪਿੱਛੇ ਕੁਝ ਘੁੰਡ ਵਾਲੀਆਂ ਵਹੁਟੀਆਂ ਤੇ ਨਿੱਕੀਆਂ ਨਿੱਕੀਆਂ ਕੁੜੀਆਂ ਸਨ। ਬਾਰੂ ਨੇ ਅੱਗੇ ਵੱਧ ਕੇ ਧੀਆਂ ਵਰਗਾ ਪੁੱਤ ਬਣਦਿਆਂ ਇੱਕ ਮਾਈ ਨੂੰ ਆਖਿਆ, ਆਓ ਮਾਈ ਜੀ, ਤਿਆਰ ਹੈ ਤਾਂਗਾ, ਬਸ ਤੁਹਾਨੂੰ ਹੀ ਡੀਕਦਾ ਸੀ, ਬੈਠੋ ਖੰਨੇ ਨੂੰ।
ਬੇ ਨਾ ਵੀਰ, ਮਾਈ ਨੇ ਸਰਸਰੀ ਆਖਿਆ, ਅਸੀਂ ਤਾਂ ਮੱਥਾ ਟੇਕਣ ਚੱਲੀਆਂ ਮਾਤਾ ਦੇ ਥਾਨਾਂ ਤੇ। ਚੰਗਾ ਮਾਈ ਚੰਗਾ, ਬਾਰੂ ਹੱਸ ਕੇ ਚਿੱਥਾ ਜਿਹਾ ਪੈ ਗਿਆ। ਉਹ ਬਈ ਤੁਰੇਗਾ ਕਿ ਨਹੀਂ, ਸਵਾਰੀਆਂ ਨੂੰ ਕਿੱਥੇ ਟੇਕ ਹੁੰਦਾ ਹੈ, ਤੇ ਹਰ ਘੜੀ ਬਾਰੂ ਵੀ ਉਹਨਾਂ ਨੂੰ ਕਿਹੜੀਆਂ ਜੁਗਤਾਂ ਨਾਲ ਟਾਲੀ ਜਾਵੇ। ਹਾਰ ਕੇ ਉਹਨੇ ਸਾਫ਼ ਗੱਲ ਕੀਤੀ, ਚਲਦੇ ਆ ਬਾਬਾ, ਆ ਲੈਣ ਦੇ ਇੱਕ ਸਵਾਰ, ਕੁਛ ਭਾੜਾ ਤਾਂ ਬਣ ਜਾਵੇ। ਤੂੰ ਆਪਣਾ ਭਾੜਾ ਬਣਾ, ਸਾਡੀ ਤਰੀਕ ਖੁੰਝ ਜੂ। ਸਵਾਰੀਆਂ ਵੀ ਸੱਚੀਆਂ ਸਨ। ਕੁੰਦਨ ਨੇ ਫਿਰ ਛੇੜ ਕਰਦਿਆਂ ਸੁਣਾ ਕੇ ਆਖਿਆ, ਸਧਾਰਨ ਹੁੰਦੇ ਨੇ ਬਾਜ਼ੇ ਲੋਕ, ਕਿੱਥੇ ਫਸ ਗਏ। ਅਵਲ ਤਾਂ ਤੁਰਦਾ ਨਹੀਂ, ਜੇ ਤੁਰਿਆ ਤਾਂ ਕਿਤੇ ਮੁੱਦਾ ਪਿਆ ਹੋਊ। ਪੈਰ ਪੈਰ ਤੇ ਨਹੁੰ ਲੈਂਦੇ ਘੋੜੇ ਦੇ, ਜੇ ਉੱਠ ਖੜਿਆ ਤਾਂ ਗੈਬ 'ਚ ਅੜਜੂ, ਸਿਰੇ ਲੱਗਦਾ ਨਹੀਂ। ਕੁੰਦਨ ਨੇ ਸਵਾਰੀਆਂ ਨੂੰ ਕਿਹਾ, ਬਈ ਆਹ ਘੋੜਾ ਤੁਹਾਨੂੰ ਪਾਰ ਨਹੀਂ ਪਹੁੰਚਾ ਸਕਦਾ, ਉੱਥੇ ਤੱਕ ਨਹੀਂ ਲਿਜਾ ਸਕਦਾ। ਬਈ ਕਹਿਣ ਦਾ ਮਤਲਬ ਤੁਸੀਂ ਮੇਰੇ ਘੋੜੇ 'ਤੇ ਆ ਜਾਓ। ਸਵਾਰੀਆਂ ਨੂੰ ਬਰਗਲਾ ਰਿਹਾ ਸੀ ਕੁੰਦਨ। ਸਵਾਰੀਆਂ ਕੰਨਾਂ ਦੀਆਂ ਕੱਚੀਆਂ ਹੁੰਦੀਆਂ ਹਨ। ਬਾਰੂ ਨੂੰ ਇੱਕ ਚੜੇ ਇੱਕ ਉਤਰੇ। ਬਈ ਬਾਰੂ ਨੂੰ ਗੁੱਸਾ ਆ ਰਿਹਾ ਕੁੰਦਨ ਤੇ, ਬਈ ਮੇਰੀਆਂ ਸਵਾਰੀਆਂ ਨੂੰ ਕਿਉਂ ਵਰਗਲਾ ਰਿਹਾ ਹੋ। ਪਰ ਉਹ ਛੇੜ ਨੂੰ ਅਜੇ ਵੀ ਜਰਦਿਆਂ ਕੁੰਦਨ ਵੱਲ ਕੋੜਾ ਝਾਕ ਕੇ ਬੋਲਿਆ, ਨਾਈਆ ਨਾਈਆ, ਮੌਤ ਗੱਲਾਂ ਕਰਦੀ ਹੈ ਤੇਰੀ। ਗੱਡੀ ਤਾਂ ਸਵਰਾ ਲਿਆ ਪਹਿਲਾਂ ਮਾਂ ਕੋਲੋਂ ਜਾ ਕੇ, ਡਿਚਕੂ ਡਿਚਕੂ ਕਰਦੀ ਹੈ, ਇੱਥੇ ਭੌਂਕੀ ਜਾਣਾ ਖੜਾ ਗੁਟਾਰ ਚਾਤ। ਲੋਕ ਹੱਸਣ ਲੱਗੇ, ਪਰ ਜਿਹੜੀ ਹਾਲਤ ਬਾਰੂ ਦੀ ਸੀ ਉਹੀ ਕੁੰਦਨ ਤੇ ਹੋਰ ਤਾਂਗੇ ਵਾਲਿਆਂ ਦੀ ਸੀ। ਕਿਸ ਨੂੰ ਨਹੀਂ ਸਵਾਰੀ ਚਾਹੀਦੀਆਂ, ਕਿਨੇ ਘੋੜੇ ਦੇ ਟੱਬਰ ਦਾ ਢਿੱਡ ਨਹੀਂ ਤੋੜਨਾ। ਨਾ ਬਾਰੂ ਵਿੱਚੋਂ ਤੁਰੇ, ਨਾ ਕਿਸੇ ਹੋਰ ਨੂੰ ਤੁਰਨ ਦੇਵੇ। ਸਬਰ ਵੀ ਕੋਈ ਚੀਜ਼ ਹੈ, ਆਪੋ ਆਪਣੇ ਭਾਗ ਨੇ। ਮੰਦਾ ਠੰਡਾ ਬਣਿਆ ਹੋਇਆ, ਚਾਰੇ ਲੈ ਕੇ ਤੁਰ ਜਾਵੇ, ਕਿਸੇ ਹੋਰ ਨੂੰ ਵੀ ਰੋਜੀ ਕਮਾਉਣ ਦੇਵੇ। ਕਿੱਥੇ ਕਲਾਲ ਅੜਿਆ ਖੜਾ ਮਣੇ ਆਂਗੂ ਮੂਹਰੇ। ਬਈ ਉਹ ਸੋਚ ਰਿਹਾ, ਬਈ ਦੂਜੇ ਤਾਂਗੇ ਵਾਲੇ ਕੁੰਦਨ ਸੋਚ ਰਿਹਾ, ਬਈ ਇਹ ਕਲਾਲ ਹੈ ਜਿਹੜਾ ਉਹ ਅੜਿਆ ਖੜਿਆ ਆਪਣੇ ਸਾਹਮਣੇ। ਬਈ ਆ ਜਾਵੇ ਤਾਂ ਫਿਰ ਅਸੀਂ ਤਾਂਗਾ ਭਰ ਕੇ ਜਾਈਏ ਸਵਾਰੀਆਂ ਨੂੰ। ਕੁੰਦਨ ਨੇ ਆਪਣੀ ਜੜ ਉੱਤੇ ਆਪੇ ਟੱਕ ਲਾਉਂਦਿਆਂ ਖਿੰਝ ਕੇ ਹੋਕਾ ਮਾਰਿਆ, ਚੱਲ ਚਾਰੇ ਲੈ ਕੇ ਤੁਰਦਾ ਖੰਨੇ ਨੂੰ ਬੰਬੂ ਕਾਟ। ਚੱਲ ਜਾਂਦਾ ਮਿੰਟਾਂ ਸਕਿੰਟਾਂ ਵਿੱਚ ਖੰਨੇ, ਚੱਲ ਭਾੜਾ ਵੀ 3-3 ਆਨੇ। ਤੇ ਤਾਂਗਾ ਉਹਨੇ ਇੱਕਦਮ ਹੋਰ ਅੱਗੇ ਕਰ ਲਿਆ। ਬਈ ਕੁੰਦਨ ਤਾਂਗਾ ਅੱਗੇ ਲੈ ਆਇਆ, ਬਾਰੂ ਦੇ ਬਰਾਬਰ ਤਾਂਗਾ ਲੈ ਆਇਆ, ਔਰ ਕਹਿਣ ਲੱਗਿਆ, ਬਈ 4 ਆਨੇ ਸਵਾਰੀ ਹੈ, ਪਰ ਉਹਨੇ ਕਹਿਤਾ 3-3 ਆਨੇ ਸਵਾਰੀ ਹੋਣੀ। ਆਪਾਂ ਚੱਲਦੇ ਹਾਂ ਮਿੰਟਾਂ ਸਕਿੰਟਾਂ ਦੇ ਵਿੱਚ ਖੰਨੇ ਨੂੰ। ਸਵਾਰੀਆਂ ਬਾਰੂ ਦੀਆਂ ਅੱਗੇ ਹੀ ਅੱਕੀਆਂ ਹੋਈਆਂ ਸਨ, ਤੇ ਸਵਾਰੀ ਕਿਸੇ ਦੀਆਂ ਬੰਨੀਆਂ ਹੋਈਆਂ ਵੀ ਨਹੀਂ ਹੁੰਦੀਆਂ। ਬਾਰੂ ਦੀਆਂ ਸਵਾਰੀਆਂ ਵਿਗੜ ਕੇ ਤਾਂਗੇ ਵਿੱਚੋਂ ਲੈਣ ਲੱਗੀਆਂ। ਬਾਰੂ ਨੇ ਗੁੱਸੇ ਵਿੱਚ ਲਲਕਾਰ ਕੇ ਕੁੰਦਨ ਨੂੰ ਮਾਂ ਦੀ ਗਾਲ ਕੱਢੀ ਤੇ ਆਪਣੀ ਧੋਤੀ ਦਾ ਲਾਂਗੜ ਮਾਰ ਕੇ ਆਖਿਆ, ਉੱਤਰ ਪੁੱਤ ਹੇਠ ਤਾਂਗੇ ਤੋਂ। ਕੁੰਦਨ ਬਾਰੂ ਨੂੰ ਗੁੱਸੇ ਵਿੱਚ ਤਣਿਆ ਦੇਖ ਕੁਝ ਯਰਕ ਤਾਂ ਗਿਆ, ਪਰ ਉਹ ਤਾਂਗੇ ਉੱਤੋਂ ਹੇਠਾਂ ਉਤਰ ਆਇਆ ਤੇ ਬੋਲਿਆ, ਮੂੰਹ ਸੰਭਾਲ ਕੇ ਕੱਢੀ ਓਏ ਗਾਲਾਂ ਕਲਾਲਾ। ਬਾਰੂ ਨੇ ਇੱਕ ਗਾਲ ਹੋਰ ਕੱਢੀ ਤੇ ਹੱਥ ਵਿੱਚ ਫੜੀ ਪ੍ਰੈਣੀ ਉੱਤੇ ਉਂਗਲੀ ਜੋੜ ਕੇ ਆਖਿਆ, ਪਈਏ ਦੇ ਗਜਾਂ ਵਿੱਚੋਂ ਲੰਘਾ ਦੂੰ ਸਾਲੇ ਨੂੰ ਤੀਰਾ ਕਰਕੇ। ਤੂੰ ਹੱਥ ਤਾਂ ਲਾ ਕੇ ਦੇਖ। ਕੁੰਦਨ ਅੰਦਰੋਂ ਡਰਦਾ ਸੀ ਪਰ ਉੱਤੋਂ ਬੁੜਕਦਾ ਸੀ। ਤੂੰ ਹੱਥ ਤਾਂ ਲਾ ਕੇ ਦੇਖ। ਉਹ ਮੱਖਾ ਟਿਕ ਜਾ, ਤੂੰ ਟਿਕ ਜਾ ਨਾਈਆ। ਲਹੂ ਦਾ ਤੁਬਕਾ ਨਹੀਂ ਡੁੱਲਿਆ, ਲਹੂ ਦਾ ਤੁਬਕਾ ਨਹੀਂ ਡੁੱਲਣ ਦਊਂਗਾ ਭੁੰਜੇ, ਸੀਰ ਮੇ ਪੀਜੂੰਗਾ। ਬਾਰੂ ਨੂੰ ਖਿੱਝ ਸੀ ਕਿ ਕੁੰਦਨ ਉਹਨੂੰ ਕਿਉਂ ਨਹੀਂ ਬਰਾਬਰ ਗਾਲ ਕੱਢ ਬੈਠਦਾ। ਸਵਾਰੀਆਂ ਆਲੇ ਦੁਆਲੇ ਖੜੀਆਂ ਦੋਹਾਂ ਦੇ ਮੂੰਹਾਂ ਵੱਲ ਤੱਕਦੀਆਂ ਸਨ। ਤੈਨੂੰ ਮੈਂ ਕੀ ਕਿਹਾ, ਤੂੰ ਨਾਸਾ ਫਲਾਉਣਾ ਵਾਧੂ, ਕੁੰਦਨ ਨੇ ਜਰਾ ਕੁ ਡਟ ਕੇ ਆਖਿਆ। ਸਵਾਰੀਆਂ ਪਟਦਾ ਤੂੰ ਮੇਰੀਆਂ, ਮੈਂ ਤਾਂ ਹਾਕਾ ਮਾਰਦਾ, ਤੂੰ ਬੰਨ ਲੈ ਸਵਾਰੀਆਂ।
मैं सवेर दा देखदा तेरे मूँह कन्नी, बोदियां पट दूं बई जुंडे पट दूं। पट देगा तू बोदियां, कुंदन बराबर जिद्दन लगा। सवारियां बैठाएगा तू मेरियां, आहो बैठाऊंगा, बैठा फिर। बारू ने होर उगर लिया, होर ज्यादा वो बारू ने हूरा उगर लिया। आ बाबा, कुंदन ने एक सवार नूं मोढे तो फड़िया। बारू ने झट कुंदन नूं झग्गे दे गलावे तो फड़ लिया। इत्थों कुंदन ने भी बारू नूं हथ पा लिया। दो फड़ो छुड़ाओ होण लगी, बई फड़ो फड़ो छुड़ाओ छुड़ाओ। अखीर होर तांगे वालियां ते सवारियां ने दोहां नूं छुड़ा दिता ते अड्डे दे ठेकेदार ने दोहां नूं घूर कप कर दिती। सारे लोकां इहो आखिया कि सवारियां बारू दे ही तांगे विच बैठण। तैन तुन आने एवें वाधू दी गल है, किस लैणे ने, ना लैणे ना देने, क्योंकि चार आने भाड़ा है। कुंदन ने सारियां थोड़ी जी कुंदन नूं सारियां थोड़ी जी फिट लांती दिती ते सवारियां मुड़ बारू दे तांगे विच बह गईयां। बारू नूं अकिया ते दुखी होया देख के सारियां नूं हुण ਉਹਦੇ ਨਾਲ ਹਮਦਰਦੀ ਜਿਹੀ ਹੋ ਗਈ। ਸਾਰੇ ਰਲ ਮਿਲ ਉਹਦੇ ਤਾਂਗਾ ਭਰਵਾ ਕੇ ਤੁਰਾਉਣਾ ਚਾਹੁੰਦੇ ਸਨ। ਸਵਾਰੀਆਂ ਨੇ ਵੀ ਕਹਿ ਦਿੱਤਾ ਕਿ ਚਲੋ ਉਹ ਹੋਰ ਘੜੀ ਪਛੜ ਲੈਣਗੇ, ਥੋੜਾ ਪਿੱਛੇ ਚਲੇ ਜਾਣਗੇ, ਕੋਈ ਨਹੀਂ, ਇਹ ਆਪਣਾ ਘਰ ਪੂਰਾ ਕਰ ਲਵੇ। ਇਹਨੇ ਵੀ ਪਸ਼ੂ ਦਾ ਢਿੱਡ ਭਰ ਕੇ ਰੋਟੀ ਖਾਣੀ ਹੈ ਗਰੀਬ ਨੇ। ਐਨੇ ਨੂੰ ਬਾਜ਼ਾਰ ਵੱਲੋਂ ਆਉਂਦੇ ਪੁਲਿਸ ਤੇ ਹੌਲਦਾਰ ਦੇ ਨੇੜੇ ਆਉਂਦਿਆਂ ਪੁੱਛਿਆ। ਪੁਲਿਸ ਦਾ ਹੌਲਦਾਰ ਨੇੜੇ ਆ ਗਿਆ ਔਰ ਉਹਨੇ ਆ ਕੇ ਪੁੱਛਿਆ, ਓਏ ਤਾਂਗਾ ਹੈ ਤਿਆਰ ਕੋਈ ਖੰਨੇ ਨੂੰ ਮੁੰਡਿਓ। ਪਲ ਭਰ ਲਈ ਬਾਰੂ ਨੇ ਸੋਚਿਆ, ਆ ਗਈ ਮੁਫਤ ਦੀ ਬਗਾਰ, ਨਾ ਪੈਸਾ ਨਾ ਧੇਲਾ। ਪਰ ਝੱਟ ਹੀ ਉਹਨੇ ਸੋਚਿਆ ਕਿ ਨਾ ਤਾਂ ਪੁਲਿਸ ਨੂੰ ਕਰਨੀ ਹੁੰਦੀ, ਸਵਾਰੀਆਂ ਤਾਂ ਦੋ ਵੱਧ ਬਿਠਾ ਲਊਂਗਾ, ਇਹਦੇ ਕਰਕੇ ਨਹੀਂ ਭਾੜਾ ਦਊ ਤੇ ਨਾ ਸਹੀ। ਤੇ ਬਾਰੂ ਨੇ ਆਖਿਆ, आओ हौलदार जी, ਤਿਆਰ ਹੀ ਹੈ, ਤਿਆਰ ਹੀ ਖੜਾ ਤਾਂਗਾ, ਬੈਠੋ ਮੂਰੇ। ਹੌਲਦਾਰ ਤਾਂਗੇ ਵਿੱਚ ਬਹਿ ਗਿਆ। ਬਾਰੂ ਨੇ ਇੱਕ ਸਵਾਰ ਲਈ ਇੱਕ ਦੋ ਤਕੜੇ ਹੋਕੇ ਲਾਏ। ਇੱਕ ਲਾਲਾ ਬਾਜ਼ਾਰ ਵੱਲੋਂ ਆਇਆ ਤੇ ਬਿਨਾਂ ਪੁੱਛੇ ਬਾਰੂ ਦੇ ਤਾਂਗੇ ਵਿੱਚ ਆ ਚੜਿਆ। ਦੋ ਕੁ ਬੁੱਢੀਆਂ ਜਿਹੀਆਂ ਅੱਡੇ ਵੱਲ ਸੜਕੋ ਸੜਕ ਆ ਰਹੀਆਂ ਸਨ। ਬਾਰੂ ਨੇ ਕਾਹਲੀ ਨਾਲ ਆਵਾਜ਼ ਮਾਰ ਕੇ ਪੁੱਛਿਆ, ਮਾਈ ਖੰਨੇ ਜਾਣਾ? ਬੁੱਢੀਆਂ ਛੇਤੀ ਛੇਤੀ ਪੈਰ ਪੁੱਟਣ ਲੱਗੀਆਂ ਤੇ ਇੱਕ ਨੇ ਹੱਥ ਉਲਾਰ ਕੇ ਆਖਿਆ, ਬੇ ਖੜਾ ਵੀਰ, ਛੇਤੀ ਕਰੋ ਮਾਈ ਛੇਤੀ। ਬਾਰੂ ਦੇ ਜਿਵੇਂ ਪੈਰ ਮਚਦੇ ਸਨ। ਬੁੱਢੀਆਂ ਛੇਤੀ ਛੇਤੀ ਆ ਕੇ ਤਾਂਗੇ ਵਿੱਚ ਬੈਠਣ ਲੱਗੀਆਂ। ਵੇ ਭਾਈ ਕੀ ਲਏਗਾ? ਬਹਿ ਜਾਓ ਮਾਈ, ਕੇਰਾ ਝੱਟ ਦੇ ਕੇ, ਥੋਥੋਂ ਵੱਧ ਨਹੀਂ ਮੰਗਦਾ। 8 ਸਵਾਰੀਆਂ ਨਾਲ ਤਾਂਗਾ ਭਰ ਗਿਆ। 2 ਰੁਪਏ ਬਣ ਗਏ। ਤੁਰਦੇ ਤੁਰਾਉਂਦਿਆਂ ਕੋਈ ਹੋਰ ਭੇਜ ਦੂ ਮਾਲਕ, 2 ਫੇਰ ਲੱਗ ਜਾਣ। ਇਸੇ ਤਰ੍ਹਾਂ ਬਾਰੂ ਨੇ ਠੇਕੇਦਾਰ ਨੂੰ ਮਸੂਲ ਦੇ ਦਿੱਤੀ। ਠੇਕੇਦਾਰ ਨੂੰ ਜਿਹੜਾ ਉਹ ਸਵਾਰੀ ਦਾ ਬਣਦਾ ਸੀਗਾ, ਉੱਥੇ ਅੱਡੇ ਤੇ ਖੜਨ ਦਾ ਸਾਰੇ ਦਿੰਦੇ ਆ ਕੁਝ ਪੈਸਾ। ਲੈ ਬਾਈ ਹੁਣ ਨਾ ਪਾਦਾ ਪੁੱਛ। ਪਹਿਲੀਆਂ ਸਵਾਰੀਆਂ ਵਿੱਚੋਂ ਇੱਕ ਨੇ ਕਿਹਾ, ਭਈ ਹੁਣ ਚਲੋ। ਲਓ ਜੀ ਬਸ ਲੈਨੇ ਆ ਰੱਬ ਦਾ ਨਾਮ। ਬਾਰੂ ਘੋੜੇ ਦੀ ਪਿੱਠ ਉੱਤੇ ਥਾਪੀ ਮਾਰ ਕੇ ਬੰਬ ਨਾਲੋਂ ਰਾਸਾ ਖੋਲਣ ਲੱਗਾ। ਫਿਰ ਉਹਨੂੰ ਚੇਤਾ ਆਇਆ, ਇੱਕ ਸਿਗਰਟ ਵੀ ਲੈ ਲਵਾਂ। ਇੱਕ ਪੱਲੇ ਖਿਆਲ ਵਿੱਚ ਉਹਨੇ ਆਪਣੇ ਆਪ ਨੂੰ ਟੱਪ ਟੱਪ ਤੁਰਦੇ ਤਾਂਗੇ ਦੇ ਬੰਬ ਉੱਤੇ ਤਣ ਕੇ ਬੈਠਿਆਂ ਧੂਏ ਦੇ ਫਰਾਟੇ ਮਾਰਦਾ ਤੱਕਿਆ ਤੇ ਉਹ ਭਰੇ ਹੋਏ ਤਾਂਗੇ ਨੂੰ ਛੱਡ ਕੇ ਕੈਂਚੀ ਦੀ ਸਿਗਰਟ ਖਰੀਦਣ ਲਈ ਫੜੀ ਵਾਲੇ ਕੋਲ ਚਲਾ ਗਿਆ। ਭੁੱਖੀ ਡੈਣ ਵਾਂਗ ਝੱਟ ਅੰਬਾਲਿਓਂ ਲੁਧਿਆਣੇ ਜਾਣ ਵਾਲੀ ਬੱਸ ਤਾਂਗੇ ਦੇ ਸਿਰ ਉੱਤੇ ਆ ਖਲੋਤੀ। ਪਲੋ ਪਲੀ ਵਿੱਚ ਤਾਂਗੇ ਤੋਂ ਸਵਾਰੀਆਂ ਲੈ ਕੇ ਬੱਸ ਦੇ ਅੱਡੇ ਢਿੱਡ ਵਿੱਚ ਖੱਪ ਗਈਆਂ। ਐਡੇ ਢਿੱਡ ਵਿੱਚ ਹੁੰਜਾ ਫੇਰ ਕੇ ਡੈਣ ਵਾਂਗ ਚੰਗਿਆੜ ਦੀ ਬੱਸ ਅੱਗੇ ਤੁਰ ਪਈ। ਧੂਏ ਦੀ ਸੜਿਆਣ ਤੇ ਉੱਡੀ ਹੋਈ ਧੂੜ ਉਹਦੇ ਮੂੰਹ ਉੱਤੇ ਪੈ ਰਹੀ ਸੀ। ਬਾਰੂ ਨੇ ਅੱਡੇ ਦੇ ਵਿਚਕਾਰ ਪਰੈਣੀ ਉੱਚੀ ਕਰਕੇ ਦਿਲ ਤੇ ਸਰੀਰ ਦੇ ਪੂਰੇ ਜ਼ੋਰ ਨਾਲ ਇੱਕ ਵਾਰ ਫਿਰ ਹੋਕਾ ਮਾਰਿਆ, ਜਾਂਦਾ ਕੋਈ ਇੱਕ ਸਵਾਰ ਖੰਨੇ ਦਾ ਬਈਓ। ਸਾਰੀਆਂ ਸਵਾਰੀਆਂ ਖੁੰਝਾ ਬੈਠਿਆ।
ਪ੍ਰਸ਼ਨ ਨੰਬਰ 1, ਬਾਰੂ ਸਾਂਝਰੇ ਹੀ ਆਪਣਾ ਤਾਂਗਾ ਅੱਡੇ 'ਚ ਲਾਉਣ ਦੀ ਕਿਉਂ ਸੋਚਦਾ ਸੀ? ਇਸ ਦਾ ਉੱਤਰ ਹੈ ਬਾਰੂ ਸਾਂਝਰੇ ਹੀ ਆਪਣਾ ਤਾਂਗਾ ਅੱਡੇ 'ਚ ਲਾਉਣ ਦੀ ਇਸ ਲਈ ਸੋਚਦਾ ਸੀ ਕਿ ਕੀ ਪਤਾ ਐਨੇ ਸਾਂਝਰੇ ਕੋਈ ਸਵਾਰੀ ਸਬਬ ਨਾਲ ਹੀ ਆ ਜਾਵੇ। ਬਾਰੂ ਉਸ ਸਬਬ ਤੋਂ ਵੀ ਖੁੰਝਣਾ ਨਹੀਂ ਚਾਹੁੰਦਾ ਸੀ। ਬਈ ਉਹ ਸੋਚਦਾ ਸੀ ਟਾਈਮ ਨਾਲ ਚੱਲਦੇ ਆ, ਕੀ ਪਤਾ ਕੋਈ ਸਵਾਰੀ ਵਗੈਰਾ ਮਿਲ ਜੇ, ਕੰਮ ਬਣ ਜੇ। ਪ੍ਰਸ਼ਨ ਨੰਬਰ 2, ਬਾਰੂ ਗੱਡੀ ਨੂੰ ਮਾਂ ਦੀ ਗਾਲ ਕਿਉਂ ਦਿੰਦਾ ਹੈ? ਇਸ ਦਾ ਉੱਤਰ ਹੈ ਬਾਰੂ ਗੱਡੀ ਨੂੰ ਮਾਂ ਦੀ ਗਾਲ ਇਸ ਲਈ ਕੱਢਦਾ ਹੈ ਕਿਉਂਕਿ ਉਸਨੂੰ ਇਸ ਗੱਲ ਦਾ ਗੁੱਸਾ ਸੀ ਕਿ ਗੱਡੀ ਸਵਾਰੀਆਂ ਚੜਾ ਕੇ ਲੈ ਜਾਂਦੀ ਹੈ ਤੇ ਉਸਦੇ ਪੱਲੇ ਕੁਝ ਨਹੀਂ ਪੈਂਦਾ, ਕਿਉਂਕਿ ਜਿਹੜੀਆਂ ਸਵਾਰੀਆਂ ਤਾਂਗੇ ਤੇ ਚੜ੍ਹਨੀਆਂ ਸੀ ਉਹ ਸਾਰੀਆਂ ਸਵਾਰੀਆਂ ਗੱਡੀ ਤੇ ਚੜ੍ਹ ਜਾਂਦੀਆਂ, ਉਹ ਵਿਚਾਰਾ ਵੇਖਦਾ ਰਹਿ ਜਾਂਦਾ, ਇਸ ਕਾਰਨ ਉਹਨੂੰ ਗੁੱਸਾ ਆਉਂਦਾ ਹੈ। ਪ੍ਰਸ਼ਨ ਨੰਬਰ 3, ਬਾਰੂ ਦਾ ਘੋੜਾ ਕਿਹੋ ਜਿਹਾ ਸੀ? ਇਸ ਦਾ ਉੱਤਰ ਹੈ ਹੋਰ ਉਹ ਆਪਣੇ ਘੋੜੇ ਦੀ ਬੜੀ ਤਾਰੀਫ ਵੀ ਕਰਦਾ ਸੀ। ਬਾਰੂ ਦਾ ਘੋੜਾ ਬੜਾ ਚੇਤਨ ਤੇ ਚੁਸਤ ਹੈ, ਉਹ ਬੜਾ ਨਰੋਆ ਤੇ ਫੁਰਤੀਲਾ ਹੈ, ਉਸ ਦਾ ਪਿੰਡਾ ਬੜਾ ਕੂਲਾ ਹੈ, ਜੇ ਮੱਖੀ ਉੱਤੇ ਬਹਿ ਜੇ ਤਾਂ ਤਿਲਕ ਪੈਂਦੀ ਹੈ, ਘੋੜੇ ਦੇ ਲੋਹੇ ਦੀ ਲਗਾਮ ਪਾਈ ਹੋਈ ਹੈ ਤੇ ਗਲ ਵਿੱਚ ਰੇਸ਼ਮੀ ਰੁਮਾਲ ਬਣਿਆ ਹੋਇਆ ਹੈ। ਬਾਰੂ ਨੂੰ ਆਪਣੇ ਘੋੜੇ ਦੀ ਚੁਸਤੀ ਤੇ ਮਾਣ ਹੁੰਦਾ ਹੈ, ਉਹ ਆਪਣੇ ਘੋੜੇ ਨਾਲ ਬਹੁਤ ਪਿਆਰ ਕਰਦਾ ਹੈ। ਪ੍ਰਸ਼ਨ ਨੰਬਰ 4, ਕੁੰਦਨ ਤੇ ਬਾਰੂ ਦਾ ਝਗੜਾ ਕਿਉਂ ਹੁੰਦਾ ਹੈ ਤੇ ਲੋਕਾਂ ਦੀ ਹਮਦਰਦੀ ਬਾਰੂ ਨਾਲ ਕਿਵੇਂ ਬਣੀ ਰਹਿੰਦੀ ਹੈ? ਇਸ ਦਾ ਉੱਤਰ ਹੈ ਕੁੰਦਨ ਘੱਟ ਭਾੜਾ ਦੱਸ ਕੇ ਬਾਰੂ ਦੀਆਂ ਸਵਾਰੀਆਂ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਹੈ, ਕਿਉਂਕਿ ਬਾਰੂ ਕੇ 4 ਆਨੇ ਕਹਿੰਦਾ ਤੇ ਉਧਰੋਂ 3 ਹੀ ਕਹਿ ਦਿੰਦਾ ਬਈ 3 ਆਨੇ, ਔਰ ਬਰਾਬਰ ਲਿਆ ਕੇ ਘੋੜਾ ਰੱਖ ਦਿੰਦਾ ਹੈ ਤੇ ਇਸ ਕਾਰਨ ਉਹ ਦੋਹਾਂ ਦੇ ਵਿਚਕਾਰ ਝਗੜਾ ਹੋ ਜਾਂਦਾ ਹੈ ਤੇ ਲੋਕ ਉਹਨਾਂ ਦੋਨਾਂ ਨੂੰ ਹਟਾਉਂਦੇ ਹੈ। ਸਾਰੇ ਲੋਕ ਇਹੀ ਕਹਿੰਦੇ ਆ ਕਿ ਸਵਾਰੀਆਂ ਬਾਰੂ ਦੇ ਤਾਂਗੇ ਵਿੱਚ ਹੀ ਬਹਿਣੀਆਂ ਚਾਹੀਦੀਆਂ। 3 ਆਨੇ ਵਾਲੀ ਗੱਲ ਤਾਂ ਬਿਲਕੁਲ ਬੇਕਾਰ ਗੱਲ ਹੈਗੀ ਹੈ, ਇਹ ਤਾਂ ਕੋਈ ਖਾਸ ਗੱਲ ਨਹੀਂ ਹੈ। ਕੁੰਦਨ ਨੂੰ ਸਾਰਿਆਂ ਥੋੜੀ ਜੀ ਫਿੱਟ ਲਾਂਤੀ ਦਿੱਤੀ ਤੇ ਸਵਾਰੀਆਂ ਮੁੜ ਬਾਰੂ ਦੇ ਤਾਂਗੇ ਵਿੱਚ ਬਹਿ ਗਈਆਂ। ਬਾਰੂ ਨੂੰ ਅੱਕਿਆ ਤੇ ਦੁਖੀ ਦੇਖ ਕਰ ਸਾਰਿਆਂ ਨੂੰ ਹੁਣ ਉਹਦੇ ਨਾਲ ਹਮਦਰਦੀ ਹੋ ਗਈ। ਪ੍ਰਸ਼ਨ ਨੰਬਰ 5, ਬਾਰੂ ਦਾ ਹੋਕਾ ਬਾਜ਼ਾਰ 'ਚ ਹਾਸੇ ਦਾ ਕਾਰਨ ਕਿਵੇਂ ਬਣ ਜਾਂਦਾ ਹੈ? ਉੱਤਰ, ਬਾਰੂ ਨੇ ਜਦੋਂ ਬਾਜ਼ਾਰ ਵਿੱਚ ਹੋਕਾ ਦਿੱਤਾ ਤਾਂ ਕਿਸੇ ਨੇ ਉੱਚੀ ਟੋਕ ਕੇ ਬਾਰੂ ਨੂੰ ਮਸਕਰੀ ਕੀਤੀ, ਕੱਲੇ ਸਵਾਰ ਨੂੰ ਲੁੱਟਣਾ ਰਾਹ ਵਿੱਚ, ਕਿਉਂਕਿ ਬਾਰੂ ਹੋਕਾ ਕਹਿੰਦਾ ਸੀ ਕੋਈ ਇੱਕ ਸਵਾਰ, ਤਾਂ ਅੱਗੋਂ ਲੋਕ ਟਿਚਕਰ ਕਰਦੇ ਹੋਏ ਕਹਿੰਦੇ ਸੀ ਕੱਲੇ ਸਵਾਰ ਨੂੰ ਲੁੱਟਣਾ ਰਾਹ ਵਿੱਚ, ਤੇ ਬਾਜ਼ਾਰ ਵਿੱਚ ਹਾਸਾ ਪੈ ਜਾਂਦਾ ਸੀ। ਪ੍ਰਸ਼ਨ ਨੰਬਰ 6, ਜਦੋਂ ਬੱਸ ਤਾਂਗੇ 'ਚ ਬੈਠੀਆਂ ਸਵਾਰੀਆਂ ਨੂੰ ਹੁੰਜਾ ਫੇਰ ਕੇ ਲੈ ਜਾਂਦੀ ਹੈ ਤਾਂ ਬਾਰੂ ਉੱਤੇ ਕੀ ਬੀਤਦੀ ਹੈ? ਇਸ ਦਾ ਉੱਤਰ ਹੈ ਜਦੋਂ ਬੱਸ ਤਾਂਗੇ 'ਚ ਬੈਠੀਆਂ ਸਵਾਰੀਆਂ ਨੂੰ ਹੁੰਜਾ ਫੇਰ ਕੇ ਲੈ ਜਾਂਦੀ ਹੈ ਤਾਂ ਬਾਰੂ ਦਾ ਹੌਸਲਾ ਟੁੱਟ ਜਾਂਦਾ ਹੈ ਤੇ ਉਹ ਅੱਡੇ ਦੇ ਵਿਚਕਾਰ ਪ੍ਰੈਣੀ ਉੱਚੀ ਕਰਕੇ ਦਿਲ ਤੇ ਸਰੀਰ ਦੇ ਪੂਰੇ ਜ਼ੋਰ ਨਾਲ ਇੱਕ ਵਾਰ ਫਿਰ ਹੋਕਾ ਮਾਰਨ ਲੱਗਦਾ ਹੈ, ਕੋਈ ਇੱਕ ਸਵਾਰ। ਬਾਰੂ ਦੀ ਪਾਤਰ ਉਸਾਰੀ ਆਪਣੇ ਸ਼ਬਦਾਂ ਵਿੱਚ ਕਰੋ। ਬਾਰੂ ਕੋਈ ਇੱਕ ਸਵਾਰ ਕਹਾਣੀ ਦਾ ਮੁੱਖ ਪਾਤਰ ਹੈ। ਇਹ ਕਹਾਣੀ ਸੰਤੋਖ ਸਿੰਘ ਧੀਰ ਦੀ ਲਿਖੀ ਹੋਈ ਹੈ। ਇਹ ਕਹਾਣੀ ਬਾਰੂ ਦੇ ਆਲੇ ਦੁਆਲੇ ਹੀ ਘੁੰਮਦੀ ਹੈ। ਬਾਰੂ ਇੱਕ ਗਰੀਬ ਤਾਂਗੇ ਵਾਲਾ ਹੈ। ਇਸ ਕਹਾਣੀ ਵਿੱਚ ਬਾਰੂ ਦੇ ਚਰਿੱਤਰ ਦੇ ਹੇਠ ਲਿਖੇ ਪੱਖ ਉੱਭਰ ਕੇ ਸਾਹਮਣੇ ਆਉਂਦੇ ਹਨ। ਮਿਹਨਤੀ, ਸਭ ਤੋਂ ਪਹਿਲੀ ਗੱਲ ਤਾਂ ਬਾਰੂ ਮਿਹਨਤੀ ਸੀ। ਉਹ ਸਾਂਝਰੀ ਉੱਠ ਕੇ ਤਾਂਗਾ ਜੋੜ ਕੇ ਅੱਡੇ ਤੇ ਚਲਾ ਜਾਂਦਾ ਸੀ ਤੇ ਹੋਕਾ ਲਾਉਣ ਲੱਗ ਪੈਂਦਾ ਸੀ, ਜਾਂਦਾ ਕੋਈ ਇੱਕ ਸਵਾਰ ਖੰਨੇ ਦਾ ਬਈਓ। ਗੁੱਸੇ ਵਾਲਾ, ਬਾਰੂ ਬਹੁਤ ਗੁੱਸਾਖੋਰ ਸੀ। ਉਹ ਗੱਡੀ ਦੀ ਆਵਾਜ਼ ਸੁਣ ਕੇ ਗਾਲਾਂ ਕੱਢਦਾ ਸੀ। ਇਸ ਤੋਂ ਬਿਨਾਂ ਉਹ ਕੁੰਦਨ ਨਾਲ ਵੀ ਹਾਤਾਪਾਈ ਕਰਦਾ ਹੈ। ਲਾਲਚੀ, ਬਾਰੂ ਲਾਲਚੀ ਵੀ ਸੀ। ਜਦੋਂ 4 ਸਵਾਰੀਆਂ ਮਿਲ ਜਾਂਦੀਆਂ ਫਿਰ ਵੀ ਉਹ ਤਾਂਗਾ ਨਹੀਂ ਤੋੜਦਾ। ਉਹ ਇੱਕ ਹੋਰ ਸਵਾਰੀ ਦੀ ਝਾਕ ਵਿੱਚ ਹੁੰਦਾ ਬਈ ਕਿਤੇ ਇੱਕ ਹੋਰ ਸਵਾਰੀ ਮਿਲ ਜੇ, ਪਰ ਉਹ ਆਪਣੇ ਇਸ ਲਾਲਚ ਵਸ ਮਿਲੀਆਂ ਸਵਾਰੀਆਂ ਵੀ ਗੁਆ ਬੈਠਦਾ ਹੈ। ਸਵਾਰੀਆਂ ਨੂੰ ਮੂਰਖ ਬਣਾਉਣ ਵਾਲਾ। ਸਵਾਰੀਆਂ ਜਦੋਂ ਬਾਰੂ ਨੂੰ ਤਾਂਗਾ ਤੋੜਨ ਲਈ ਪੁੱਛਦੀਆਂ ਹਨ ਤਾਂ ਵਾਰ-ਵਾਰ ਇਹ ਕਹਿ ਜਾਂਦਾ ਬਸ ਇੱਕ ਸਵਾਰੀ ਮਿਲ ਜੇ ਚੱਲਦੇ ਆ, ਇੱਕ ਸਵਾਰੀ ਮਿਲ ਜੇ ਚੱਲਦੇ ਆ, ਪਰੰਤੂ ਉਹ ਚੱਲਦਾ ਨਹੀਂ ਹੈ। ਉਹ ਸਵਾਰੀਆਂ ਨੂੰ ਮੂਰਖ ਬਣਾਉਣਾ। ਅਗਲੀ ਹੋ ਸਕਦੀ ਹੈ ਘੋੜੇ ਨਾਲ ਪਿਆਰ ਕਰਨ ਵਾਲਾ ਜਾਂ ਘੋੜੇ ਤੇ ਮਾਣ ਕਰਨ ਵਾਲਾ। ਬਾਰੂ ਹੈ ਉਹ ਘੋੜੇ ਤੇ ਬਹੁਤ ਮਾਣ ਕਰਦਾ, ਉਹਦੀ ਬੜੀ ਤਾਰੀਫ ਕਰਦਾ ਬਈ ਘੋੜੇ ਉੱਤੇ ਮੱਖੀ ਵੀ ਤਿਲਕਦੀ ਹੈਗੀ ਹੈ, ਇਸ ਤਰੀਕੇ ਨਾਲ। ਹੋਰ ਅਗਲਾ ਹੋ ਸਕਦਾ ਨਸ਼ਾਖੋਰ। ਨਸ਼ਾਖੋਰ ਵੀ ਲਿਖ ਸਕਦੇ ਹੋ। ਨਸ਼ਾਖੋਰ ਸੀ ਔਰ ਬੀੜੀ ਦਾ ਨਸ਼ੇ ਦਾ ਆਦੀ ਸੀ, ਬੀੜੀ ਪੀਣ ਲੱਗ ਜਾਂਦਾ। ਫਿਰ ਉਹ ਸੋਚਦਾ ਕੈਂਚੀ ਵਾਲੀ ਬੀੜੀ ਪੀਨੇ, ਇਹਨਾਂ ਨੂੰ ਸਵਾਰੀਆਂ ਖੁੰਝਾ ਬੈਠਦਾ ਹੈਗਾ।
ਇਸ ਤਰੀਕੇ ਨਾਲ ਹੁਣ ਵੀ ਆਪਣੇ ਦਿਮਾਗ 'ਚ ਆ ਰਹੀ ਹੈ ਤਾਂ ਉਹ ਆਪਾਂ ਲਿਖ ਸਕਦੇ ਹਾਂ। ਔਰ ਅਖੀਰਲਾ ਪ੍ਰਸ਼ਨ ਹੈ, ਕੋਈ ਇੱਕ ਸਵਾਰ ਕਹਾਣੀ ਸਾਨੂੰ ਕੀ ਸੁਨੇਹਾ ਦਿੰਦੀ ਹੈ? ਇਸ ਦਾ ਉੱਤਰ ਹੈ, ਇਹ ਕਹਾਣੀ ਸਾਨੂੰ ਸਿੱਖਿਆ ਦਿੰਦੀ ਹੈ ਕਿ ਮਨੁੱਖ ਨੂੰ ਬਹੁਤਾ ਲਾਲਚ ਨਹੀਂ ਕਰਨਾ ਚਾਹੀਦਾ ਤੇ ਜਿੰਨਾ ਉਸ ਕੋਲ ਹੈ ਉਸ ਵਿੱਚ ਹੀ ਸਬਰ ਕਰਨਾ ਚਾਹੀਦਾ ਹੈ। ਆਪਾਂ ਇਸ ਕਹਾਣੀ ਵਿੱਚ ਵੀ ਦੇਖਦੇ ਹਾਂ ਕਿ ਉਹ ਇੱਕ ਸਵਾਰੀ ਦੇ ਪਿੱਛੇ ਸਾਰੀਆਂ ਸਵਾਰੀਆਂ ਨੂੰ ਛੱਡਣੀਆਂ ਪੈ ਜਾਂਦੀਆਂ, ਲਾਲਚ ਕਰਦਾ ਹੈ ਉਹ। ਲਾਲਚ ਬੁਰੀ ਬਲਾ ਹੈ। ਬਹੁਤ ਬਹੁਤ ਧੰਨਵਾਦ। ਤੁਸੀਂ ਵੇਖ ਰਹੇ ਸੀ ਪੰਜਾਬੀ ਟੀਚਰ ਰਾਜਸਥਾਨ ਦੇ ਪੰਜਾਬੀ ਵਿਸ਼ੇ ਦਾ ਪਹਿਲਾ YouTube ਚੈਨਲ। ਜੇ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਸਬਸਕ੍ਰਾਈਬ ਕਰੋ। ਧੰਨਵਾਦ।